TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਘਟਨਾਵਾਂ ਅਤੇ ਜਾਣਕਾਰੀਆਂ ਨੂੰ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਆਪ ਦਾ ਫਿਊਚਰ ਪਲਾਨ ਤਿਆਰ, ਕੇਜਰੀਵਾਲ ਨੇ ਖੋਲ੍ਹੇ ਪੱਤੇ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸਰਕਾਰ ਨੇ ਚੁੱਕਿਆ ਇੱਕ ਹੋਰ ਅਹਿਮ ਕਦਮ। ਪੰਜਾਬ ਵਿੱਚ ਇੱਕ ਹੋਰ ਵੱਡਾ ਘਪਲਾ ਬੇਨਕਾਬ, ਸਾਬਕਾ ਮੰਤਰੀ ਬਾਜਵਾ ਤੇ ਲੱਗੇ ਦੋਸ਼। ਬੰਬੀਹਾ ਗਰੁੱਪ ਨਾਲ ਜੁੜੇ 12 ਗੈਂਗਸਟਰ ਗ੍ਰਿਫਤਾਰ, ਵਿੱਕੀ ਮਿੱਡੂ ਖੇੜਾ ਦੇ ਕਤਲ ਨਾਲ ਵੀ ਜੁੜੇ ਤਾਰ। ਅਤੇ ਕੇਂਦਰ ਨੇ ਪੰਜਾਬ ਨੂੰ ਕੀਤੀ ਕੋਰੀ ਨਾ, ਦਿੱਤਾ ਕਰਾਰਾ ਝਟਕਾ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ ਤਾਂ ਆਪਣਾ ਫੇਸਬੁੱਕ ਪੇਜ ਹੈ TVN ਕੈਨੇਡਾ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਵਿਸਥਾਰ ਦੇ ਨਾਲ ਵਿਚਾਰੀਏ। ਸਭ ਤੋਂ ਪਹਿਲੀ ਖਬਰ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ। ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਆਪਣੇ ਫਿਊਚਰ ਪਲਾਨ, ਉਹਨਾਂ ਦੀ ਪਾਰਟੀ ਦੇ ਕੀ ਨੇ, ਉਹਨੂੰ ਲੈ ਕੇ ਕੁਝ ਵੱਡੀਆਂ ਗੱਲਾਂ ਆਖੀਆਂ ਨੇ। ਉਹਨਾਂ ਨੇ ਆਖਿਆ ਕਿ ਉਹ ਸਿਆਸੀ ਪਾਰਟੀਆਂ ਦੇ ਨਾਲ ਗੱਠਜੋੜ ਕਰਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ। ਰਾਸ਼ਟਰੀ ਪੱਧਰ ਤੇ ਗੱਠਜੋੜ ਦੇ ਵਾਸਤੇ ਉਹਨਾਂ ਤੋਂ ਦਰਅਸਲ ਸਵਾਲ ਕੀਤਾ ਗਿਆ ਸੀ। ਉਹ ਕਹਿੰਦੇ ਅਸੀਂ ਗੱਠਜੋੜ ਸਿਆਸੀ ਪਾਰਟੀਆਂ ਨਾਲ ਨਹੀਂ, ਬਲਕਿ ਭਾਰਤ ਦੇ 130 ਕਰੋੜ ਲੋਕਾਂ ਦੇ ਨਾਲ ਗੱਠਜੋੜ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਇਹ ਹੈ ਕਿ ਭਾਰਤ ਦਾ ਹਰ ਆਮ ਆਦਮੀ ਆਪਣਾ ਭਵਿੱਖ ਆਪ ਤੈਅ ਕਰੇ। ਉਹਨਾਂ ਨੂੰ ਇੱਕ ਹੋਰ ਸਵਾਲ ਵੀ ਕੀਤਾ ਗਿਆ, ਦਾ ਕਸ਼ਮੀਰ ਰਾਈਫਲਸ, ਉਹਦੇ ਬਾਬਤ ਅਤੇ ਪ੍ਰਧਾਨ ਮੰਤਰੀ ਬਾਰੇ ਟਿੱਪਣੀਆਂ, ਕਿ ਇਹਦੇ ਬਾਰੇ ਦੱਸੋ। ਅਸਲ ਦੇ ਵਿੱਚ ਉਹ ਮੁਲਾਕਾਤ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਸੀ। ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਇਹ ਦੇਸ਼ ਦਾ ਆਮ ਆਦਮੀ ਆਪਣੇ ਭਵਿੱਖ ਦਾ ਫੈਸਲਾ ਖੁਦ ਕਰੇ। ਸਾਡੇ ਦੇਸ਼ ਵਿੱਚ ਬਹੁਤ ਲੋਕ ਕਮਾਲ ਦੇ ਪਏ ਹੈ, ਬਸ ਉਹਨਾਂ ਨੂੰ ਥੋੜ੍ਹੇ ਜਿਹੇ ਸਹਾਰੇ ਦੀ ਲੋੜ ਹੈ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਨੌਟੰਕੀ ਕਰਨ ਦਾ ਦੋਸ਼ ਲਾਇਆ ਕਿ ਉਹ ਡਰਾਮੇ ਕਰਦੇ ਆ, ਨੌਟੰਕੀਆਂ ਕਰਦੇ ਆ। ਉਹਨਾਂ ਦਾਅਵਾ ਕੀਤਾ ਕਿ ਭਾਜਪਾ ਆਗੂ ਨਾ ਖੁਸ਼ ਨੇ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਕਸ਼ਮੀਰ ਫਾਈਲਸ ਨੂੰ ਲੈ ਕੇ ਉਤਸ਼ਾਹਿਤ ਕਰਨ ਲਈ ਉਹਨਾਂ ਦੀ ਦਰਅਸਲ ਵਰਤੋਂ ਕਰ ਰਹੀ ਹੈ। ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਦਾ ਕਸ਼ਮੀਰ ਫਾਈਲਸ ਫਿਲਮ ਦੀ ਕਮਾਈ ਕਸ਼ਮੀਰੀ ਪੰਡਤਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਦਾਨ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁੰਦੇ ਤਾਂ ਤੁਸੀਂ ਕੀ ਕਰਦੇ। ਉਹ ਕਹਿੰਦੇ ਪਹਿਲੀ ਗੱਲ ਤਾਂ ਮੈਂ ਹਾਲੇ ਇਹ ਫਿਲਮ ਦੇਖੀ ਨਹੀਂ, ਪਰ ਮੈਂ ਕਹਿੰਦੇ ਇਹ ਆਖ ਸਕਦਾ ਕਿ ਕਸ਼ਮੀਰੀ ਪੰਡਤ ਫਿਲਮ ਨਹੀਂ ਚਾਹੁੰਦੇ, ਉਹ ਚਾਹੁੰਦੇ ਆ ਮੁੜ ਵਸੇਬਾ। ਉਹਨਾਂ ਇਹ ਆਖਿਆ ਕਿ ਜੇਕਰ ਕੇਂਦਰ ਦੇ ਵਿੱਚ ਮੇਰੀ ਸਰਕਾਰ ਹੁੰਦੀ, ਸਾਡੀ ਸਰਕਾਰ ਹੁੰਦੀ, ਤਾਂ ਮੈਂ ਕਸ਼ਮੀਰੀ ਪੰਡਤਾਂ ਨੂੰ ਯਕੀਨ ਦਿਵਾਉਂਦਾ ਕਿ ਤੁਹਾਡੇ ਉੱਤੇ ਫਿਲਮ ਬਣਾਉਣ ਦੀ ਬਜਾਏ ਮੈਂ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਸ਼ਮੀਰ ਵਿੱਚ ਤੁਹਾਡੇ ਘਰ ਛੱਡ ਕੇ ਆਵਾਂਗਾ। ਇਹਦੇ ਨਾਲ ਹੀ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਸੀਂ ਅੱਜ ਕੱਲ੍ਹ ਘੱਟ ਵਿਅੰਗ ਕੱਸਦੇ ਹੋ, ਤਾਨੇ ਤੂਨੇ ਜਮਾਰਦੇ ਨਹੀਂ ਨਜ਼ਰ ਆਉਂਦੇ। ਉਹ ਕਹਿੰਦੇ ਭਾਰਤ ਵੀ ਮੇਰਾ ਤੇ ਉਹ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ, ਮੈਂ ਕਿਸੇ ਦੇ ਉੱਤੇ ਵਿਅਕਤੀਗਤ ਤੌਰ ਤੇ ਤੰਜ ਨਹੀਂ ਕੱਸਦਾ, ਮੈਂ ਤਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਉਹਨਾਂ ਦੇ ਉੱਤੇ ਤੰਜ ਕੱਸਦਾ। ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਭਾਵੇਂ ਉਹ ਭਾਜਪਾ ਹੋਵੇ, ਕਾਂਗਰਸ ਹੋਵੇ, ਸੋਨੀਆ ਹੋਣ, ਰਾਹੁਲ ਗਾਂਧੀ ਹੋਵੇ। ਮੈਂ ਇਹਨਾਂ ਦਾ ਵਿਰੋਧ ਨਹੀਂ ਕਰਦਾ, ਮੈਂ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦਾ। ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਦੇ ਵਿੱਚ ਕੋਈ ਨਾ ਪੱਖੀ ਰਾਜਨੀਤੀ ਨਹੀਂ ਕੀਤੀ। ਅਸੀਂ ਹੋਰ ਵੀ ਜਿੱਥੇ ਜਿੱਥੇ ਜਾਵਾਂਗੇ ਉੱਥੋਂ ਦੇ ਸੂਬੇ ਦੇ ਮੁੱਦਿਆਂ ਨੂੰ, ਉੱਥੋਂ ਦੇ ਲੋਕਾਂ ਦੀ ਗੱਲ ਕਰਾਂਗੇ ਤੇ ਫਿਰ ਰਾਜਨੀਤੀ 'ਚ ਅੱਗੇ ਵਧਾਂਗੇ। ਇਹਦੇ ਨਾਲ ਹੀ ਰਾਸ਼ਟਰੀ ਪੱਧਰ ਦੇ ਵਿਕਲਪ ਦੇ ਬਾਬਤ ਉਹਨਾਂ ਆਖਿਆ ਕਿ ਅਸੀਂ 130 ਕਰੋੜ ਲੋਕਾਂ ਨਾਲ ਗੱਠਜੋੜ ਕਰਾਂਗੇ। ਮੈਨੂੰ ਇਹਨਾਂ ਪਾਰਟੀਆਂ ਦੇ ਗੱਠਜੋੜ ਵਿੱਚ, ਮੈਂ ਫਿਰ ਦੱਸਦੇ ਹਾਂ, ਉਹਨਾਂ ਨੇ ਆਖਿਆ ਕੋਈ ਦਿਲਚਸਪੀ ਨਹੀਂ। ਇੱਥੇ ਮੈਂ ਇਹ ਤੁਹਾਨੂੰ ਦੱਸਦੇ ਹਾਂ ਕਿ 2011 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਅੰਦੋਲਨ ਚੱਲਿਆ ਸੀ, ਇੰਡੀਆ ਅਗੇਂਸਟ ਕਰਪਸ਼ਨ।
ਉਸੇ ਅੰਦੋਲਨ ਦੇ ਵਿੱਚੋਂ ਬਾਅਦ ਦੇ ਵਿੱਚ ਇਹ ਪਾਰਟੀ ਨਿਕਲੀ ਸੀ ਅਤੇ ਚੋਣ ਨਿਸ਼ਾਨ ਝਾੜੂ ਮਿਲਿਆ ਸੀ। ਸ਼ਾਇਦ ਉਸ ਵਕਤ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 10 ਕੁ ਵਰ੍ਹਿਆਂ ਦੇ ਅੰਦਰ ਅੰਦਰ ਇਹ ਪਾਰਟੀ 2 ਸੂਬਿਆਂ ਦੇ ਵਿੱਚ ਕਲੀਨ ਸਵੀਪ ਕਰ ਸਕਦੀ ਹੈ ਅਤੇ ਆਪਣੀਆਂ ਸਰਕਾਰਾਂ ਬਣਾ ਲਵੇਗੀ। ਪਰ ਅੱਜ ਭਾਰਤ ਦੀਆਂ 54 ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਜੇਕਰ ਉਹਨਾਂ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਣ ਵਾਲੀ ਪਾਰਟੀ ਬਣ ਚੁੱਕੀ ਆ ਆਮ ਆਦਮੀ ਪਾਰਟੀ। ਇਲੈਕਸ਼ਨ ਕਮਿਸ਼ਨ ਦੇ ਸਤੰਬਰ 2021 ਦੇ ਜੇਕਰ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਕਿ ਭਾਰਤ ਦੇ ਵਿੱਚ ਕੁੱਲ 2858 ਰਜਿਸਟਰਡ ਪਾਰਟੀਆਂ ਸੀ। ਚੋਣ ਕਮਿਸ਼ਨ ਦੇ ਵੱਲੋਂ ਸਿਰਫ 8 ਪਾਰਟੀਆਂ ਨੂੰ ਰਾਸ਼ਟਰੀ ਪਾਰਟੀਆਂ ਦਾ ਦਰਜਾ ਦਿੱਤਾ ਹੋਇਆ ਹੈ, ਜਦੋਂ ਕਿ 54 ਰਾਜਨੀਤਿਕ ਪਾਰਟੀਆਂ ਨੂੰ ਸੂਬੇ ਪੱਧਰ ਦੀਆਂ ਪਾਰਟੀਆਂ ਵਜੋਂ ਮਾਨਤਾ ਮਿਲੀ ਹੋਈ ਹੈ। 2796 ਰਾਜਨੀਤਿਕ ਪਾਰਟੀਆਂ ਉਹ ਨੇ ਜਿਹੜੀਆਂ ਰਜਿਸਟਰਡ ਤਾਂ ਹਨ ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲੀ ਹੋਈ। ਭਾਰਤ ਦੀਆਂ 8 ਨੈਸ਼ਨਲ ਪਾਰਟੀਆਂ ਦਾ ਦਰਜਾ ਜਿਨ੍ਹਾਂ ਪਾਰਟੀਆਂ ਨੂੰ ਮਿਲਿਆ ਹੋਇਆ ਹੈ ਉਹਨਾਂ ਦੇ ਵਿੱਚ ਤ੍ਰਿਣਮੂਲ ਕਾਂਗਰਸ ਹੈ, ਉਹਨਾਂ ਵਿੱਚ ਬਹੁਜਨ ਸਮਾਜ ਪਾਰਟੀ ਵੀ ਹੈ, ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਵੀ ਹੈ, ਉਹਨਾਂ ਵਿੱਚ ਕਾਂਗਰਸ ਪਾਰਟੀ ਵੀ ਹੈ, ਉਹਨਾਂ ਵਿੱਚ CPIM ਅਤੇ CPI, NCP ਅਤੇ ਨੈਸ਼ਨਲ ਪੀਪਲਜ਼ ਪਾਰਟੀ। ਇਹ ਕੁੱਲ 8 ਪਾਰਟੀਆਂ ਨੇ ਜਿਨ੍ਹਾਂ ਨੂੰ ਨੈਸ਼ਨਲ ਪੱਧਰ ਦੀਆਂ ਪਾਰਟੀਆਂ ਵਜੋਂ ਮਾਨਤਾ ਮਿਲੀ ਹੋਈ ਹੈ। 2 ਅਕਤੂਬਰ 2012 ਨੂੰ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਪਾਰਟੀ ਬਣਾਈ। ਪਾਰਟੀ ਦਾ ਨਾਮ ਰੱਖਿਆ ਆਮ ਆਦਮੀ ਪਾਰਟੀ। ਦਸੰਬਰ 2013 ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ। 70 ਦੇ ਵਿੱਚੋਂ 28 ਵਿਧਾਨ ਸਭਾ ਹਲਕਿਆਂ ਤੇ ਜਿੱਤ ਦਰਜ ਕੀਤੀ ਤੇ ਫਿਰ ਕਾਂਗਰਸ ਪਾਰਟੀ ਨਾਲ ਮਿਲ ਕੇ ਪਹਿਲੀ ਵਾਰ ਸਰਕਾਰ ਬਣਾਈ। ਸਰਕਾਰ ਸਿਰਫ 48 ਦਿਨ ਚੱਲੀ। 14 ਫਰਵਰੀ 2014 'ਚ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਆ ਅਤੇ ਦਿੱਲੀ ਦੇ ਵਿੱਚ ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ। ਮਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਮੁੱਚੇ ਭਾਰਤ ਦੀਆਂ 400 ਲੋਕ ਸਭਾ ਸੀਟਾਂ ਦੇ ਉੱਤੋਂ ਚੋਣਾਂ ਲੜਦੀ ਹੈ ਇਹ ਪਾਰਟੀ, ਪਰ ਕਰਾਰੀ ਹਾਰ ਮਿਲਦੀ ਹੈ। 400 ਦੇ ਵਿੱਚੋਂ ਸਿਰਫ 4 ਹਲਕਿਆਂ ਤੇ ਜਿੱਤ ਦਰਜ, ਉਹ ਵੀ ਚਾਰੇ ਪੰਜਾਬ 'ਚ। ਫਰਵਰੀ 2015 ਦੇ ਵਿੱਚ ਇੱਕ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਮਤ ਅਜ਼ਮਾਉਂਦੇ ਹੈ, ਕਲੀਨ ਸਵੀਪ ਕਰਦੇ ਹੈ। 70 ਦੇ ਵਿੱਚੋਂ 67 ਸੀਟਾਂ ਦੇ ਉੱਤੇ ਜਿੱਤ ਦਰਜ ਕਰਦੇ ਆ, ਹੁੰਝਾ ਫੇਰ ਦਿੰਦੇ ਆ। ਫਿਰ ਮਈ 2019 ਦੀਆਂ ਲੋਕ ਸਭਾ ਚੋਣਾਂ ਫਿਰ ਲੜਦੇ ਨੇ। ਫਿਰ ਕਰਾਰੀ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਸਮੁੱਚੇ ਭਾਰਤ ਦੇ ਵਿੱਚੋਂ ਸਿਰਫ ਇੱਕ ਹਲਕੇ ਤੋਂ ਜਿੱਤ ਦਰਜ ਹੁੰਦੀ ਹੈ। ਪੂਰੇ ਭਾਰਤ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਸੰਸਦ ਮੈਂਬਰ ਜਿੱਤਦੇ ਨੇ, ਉਹ ਸਨ ਭਗਵੰਤ ਮਾਨ। ਤੇ ਫਿਰ ਆ ਮਾਰਚ 2022 ਦੇ ਵਿੱਚ 5 ਸੂਬਿਆਂ ਦੇ ਵਿੱਚ ਫਿਰ ਚੋਣਾਂ ਹੁੰਦੀਆਂ ਨੇ। ਉਹਨਾਂ ਦੇ ਵਿੱਚੋਂ ਸ਼ਾਨਦਾਰ ਜਿੱਤ ਪ੍ਰਾਪਤ ਹੁੰਦੀ ਆ ਪੰਜਾਬ ਦੇ ਵਿੱਚ। 117 ਦੇ ਵਿੱਚੋਂ 92 ਹਲਕਿਆਂ ਤੇ ਸ਼ਾਨਦਾਰ ਜਿੱਤ ਦਰਜ ਕਰਦੇ ਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੋਈ ਕਹਿੰਦਾ ਮੈਂ ਸੂਬਾ ਪੱਧਰ ਦੀ ਪਾਰਟੀ, ਕੋਈ ਨੈਸ਼ਨਲ ਪੱਧਰ ਦੀ ਪਾਰਟੀ, ਇਹ ਦਰਜਾ ਮਿਲਦਾ ਤੇ ਕਦੋਂ ਮਿਲਦਾ, ਕਿਵੇਂ ਮਿਲਦਾ ਹੈ? ਨੈਸ਼ਨਲ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਲਈ ਤਿੰਨਾਂ ਵਿੱਚੋਂ ਕੋਈ ਇੱਕ ਸ਼ਰਤ ਪੂਰੀ ਕਰਨੀ ਪੈਂਦੀ ਹੈ। ਪਹਿਲੀ ਸ਼ਰਤ ਇਹ ਹੈ ਕਿ ਕੋਈ ਵੀ ਪਾਰਟੀ ਜਿਹਨੂੰ 4 ਸੂਬਿਆਂ ਦੇ ਵਿੱਚ ਸੂਬਾ ਪੱਧਰੀ ਪਾਰਟੀ ਦਾ ਦਰਜਾ ਪ੍ਰਾਪਤ ਹੋਵੇ। ਦੂਸਰੀ ਸ਼ਰਤ ਹੈ ਕੋਈ ਵੀ ਪਾਰਟੀ 3 ਵੱਖ-ਵੱਖ ਸੂਬਿਆਂ ਨੂੰ ਮਿਲਾ ਕੇ ਲੋਕ ਸਭਾ ਦੀਆਂ 2% ਭਾਵ 11 ਸੀਟਾਂ ਤੇ ਜਿੱਤ ਦਰਜ ਕਰ ਚੁੱਕੀ ਹੋਵੇ ਅਤੇ ਇਹ 11 ਸੀਟਾਂ 3 ਵੱਖ-ਵੱਖ ਸੂਬਿਆਂ 'ਚ ਹੋਣੀਆਂ ਚਾਹੀਦੀਆਂ ਨੇ। ਤੀਸਰੀ ਸ਼ਰਤ ਇਹ ਹੈ ਕਿ ਜੇਕਰ ਕੋਈ ਪਾਰਟੀ 4 ਲੋਕ ਸਭਾ ਸੀਟਾਂ ਦੇ ਇਲਾਵਾ ਲੋਕ ਸਭਾ ਜਾਂ ਵਿਧਾਨ ਸਭਾ ਦੇ 4 ਸੂਬੇ ਹੋਣ, ਉਹਨਾਂ ਦੇ ਵਿੱਚ 6% ਵੋਟਾਂ ਪ੍ਰਾਪਤ ਕਰ ਲਵੇ ਤਾਂ ਉਹ ਨੈਸ਼ਨਲ ਪਾਰਟੀ ਬਣ ਸਕਦੀ ਹੈ। ਤੀਸਰੀ ਸ਼ਰਤ ਦੇ ਮੁਤਾਬਕ ਪਾਰਟੀ ਨੂੰ 4 ਸੂਬਿਆਂ 'ਚ ਘੱਟ ਤੋਂ ਘੱਟ 6% ਵੋਟ ਮਿਲਣੀ ਚਾਹੀਦੀ ਹੈ। ਹੁਣ ਕੀ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ ਜਾਂ ਨਹੀਂ? ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ 55%, ਪੰਜਾਬ ਦੇ ਵਿੱਚ 42%, ਗੋਆ ਦੇ ਵਿੱਚ 6.77% ਵੋਟ ਤਾਂ ਪ੍ਰਾਪਤ ਕਰ ਲੈ। ਪਰ ਇੱਕ ਸੂਬੇ ਦੇ ਵਿੱਚ ਜੇਕਰ ਹੋਰ 6% ਵੋਟ ਮਿਲ ਜਾਂਦੇ ਫਿਰ ਇਹ ਨੈਸ਼ਨਲ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰ ਸਕਦੀ ਸੀ। ਉੱਤਰਾਖੰਡ ਦੇ ਵਿੱਚ ਇਸ ਪਾਰਟੀ ਨੂੰ 0.3% ਵੋਟ ਪ੍ਰਾਪਤ ਹੋਏ, ਅੱਧਾ ਫੀਸਦੀ ਵੀ ਨਹੀਂ ਪ੍ਰਾਪਤ ਹੋ ਸਕੇ। ਸੋ ਕਹਿਣ ਦਾ ਭਾਵ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਇੱਕ ਹੋਰ ਸੂਬੇ ਦੇ ਵਿੱਚ ਜੇਕਰ ਇਹ ਪਾਰਟੀ 6% ਵੋਟ ਪ੍ਰਾਪਤ ਕਰ ਲਊਗੀ ਤਾਂ ਫਿਰ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਘੱਟ ਤੋਂ ਘੱਟ 4 ਸੀਟਾਂ ਜਿੱਤਣੀਆਂ ਪੈਣਗੀਆਂ ਤਾਂ ਇਹਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲ ਜਾਏਗਾ ਤੇ ਮਾਨਤਾ ਪ੍ਰਾਪਤ ਹੋ ਜਾਵੇਗੀ। ਪਰ ਹੁਣ ਵੇਖਦੇ ਹਾਂ
ਕਿ ਪੰਜਾਬ ਦਾ ਮਾਡਲ ਕਿਹੋ ਜਿਹਾ ਮਾਡਲ ਹੈ, ਕਿਉਂਕਿ ਦਿੱਲੀ ਵਾਲਾ ਮਾਡਲ ਹਰ ਥਾਂ ਤੇ ਕੰਮ ਨਹੀਂ ਆਉਣਾ। ਹੁਣ ਦੱਸਣਾ ਪਊ ਕਿ ਸਾਡੇ ਕੋਲੇ ਪੂਰਨ ਜਿਹਨੂੰ ਦਰਜਾ ਮਿਲਿਆ ਹੋਇਆ ਸਟੇਟ ਦਾ ਉਹ ਸੂਬਾ ਤੇ ਉਹਦੇ ਵਿੱਚ ਸਾਡੀ ਕਾਰਗੁਜ਼ਾਰੀ ਕੀ ਹੈ। ਪਰ ਬੀਤੇ ਦਿਨਾਂ ਤੋਂ ਜਿਸ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਚਲਾ ਰਹੇ ਨੇ, ਨਿੱਤ ਕੋਈ ਨਾ ਕੋਈ ਨਵਾਂ ਐਲਾਨ ਤੇ ਕੋਈ ਨਾ ਕੋਈ ਨਵਾਂ ਫੈਸਲਾ ਕਰਦੇ ਆ। ਸਭ ਤੋਂ ਵੱਡੀ ਬਿਮਾਰੀ ਹੈ ਭ੍ਰਿਸ਼ਟਾਚਾਰ। ਪੰਜਾਬ ਦੀਆਂ ਜੜ੍ਹਾਂ ਵਿੱਚ ਤੇਲ ਦਿੱਤਾ ਭ੍ਰਿਸ਼ਟਾਚਾਰ ਨੇ। ਹੁਣ ਰੋਜ਼ਾਨਾ ਕੋਈ ਨਾ ਕੋਈ ਵੱਡਾ ਫੈਸਲਾ, ਜਿਸ ਦਾ ਮੈਂ ਜ਼ਿਕਰ ਕਰ ਰਿਹਾ, ਜਾਂ ਗੈਰ ਕਾਨੂੰਨੀ ਧੰਦਿਆਂ ਨੂੰ ਨੱਥ ਪਾਉਣ ਦੇ ਉਪਰਾਲੇ ਆਖੇ ਜਾ ਸਕਦੇ ਆ। ਹੁਣ ਖਬਰ ਮਿਲ ਰਹੀ ਹੈ ਕਿ ਆਮ ਤੌਰ ਤੇ ਸਭ ਤੋਂ ਵੱਧ ਲੋਕ ਦੁਖੀ ਨੇ ਮਾਲ ਵਿਭਾਗ ਤੋਂ। ਤਹਿਸੀਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰਿਸ਼ਵਤਖੋਰੀ ਚੱਲਦੀ ਸੀ, ਪਰ ਹੁਣ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਰਿਸ਼ਵਤਖੋਰੀ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰੀ ਫੀਸਾਂ ਦੇ ਰੇਟ ਲਿਖ ਕੇ ਬੋਰਡ ਲਗਾ ਦਿੱਤੇ ਗਏ ਹੈ। ਜੇਕਰ ਕੋਈ ਉਹਨਾਂ ਫੀਸਾਂ ਤੋਂ ਵੱਧ ਪੈਸੇ ਵਸੂਲੇਗਾ ਤਾਂ ਉਹਦੀ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਾ ਸਕੇਗੀ, ਤਾਂ ਕਿ ਉਹ ਸੰਬੰਧਿਤ ਵਿਅਕਤੀ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰ ਸਕਣ। ਖਬਰਾਂ ਬਣ ਰਹੀਆਂ ਨੇ ਕਿ ਜਿਹੜੇ ਬੋਰਡ ਲਗਾਏ ਗਏ ਨੇ ਉਹਨਾਂ ਦੇ ਉੱਤੇ ਵੱਖ-ਵੱਖ ਰੇਟ ਕਿ ਕਿਹੜੀ ਚੀਜ਼ ਦਾ ਕਿੰਨਾ ਰੇਟ ਨਿਰਧਾਰਤ ਕੀਤਾ ਹੋਇਆ ਹੈ ਉਹ ਲਿਖ ਦਿੱਤਾ ਗਿਆ ਹੈ। ਉਦਾਹਰਨ ਦੇ ਤੌਰ ਤੇ ਬੈਨਾਮਾ ਦੀ ਸਰਕਾਰੀ ਫੀਸ 550 ਰੁਪਏ, ਤਬਦੀਲ ਮਲਕੀਅਤ ਦੀ 500 ਰੁਪਏ, ਇਹਦੇ ਨਾਲ ਹੀ ਮੁਖਤਿਆਰਨਾਮਾ ਆਮ ਤੇ ਖਾਸ ਕੋਈ ਵੀ ਹੋਵੇ ਸਿਰਫ 200 ਰੁਪਏ, ਇਕਰਾਰਨਾਮਾ ਸਿਰਫ 200 ਰੁਪਏ, ਵਸੀਅਤ ਸਿਰਫ 200 ਰੁਪਏ, ਗੋਦਨਾਮਾ ਸਿਰਫ 200 ਰੁਪਏ, ਤਬਾਦਲਾਨਾਮਾ 50 ਰੁਪਏ, ਨਕਲ 25 ਰੁਪਏ। ਹੁਣ ਇਹ ਕੁਝ ਇੱਕ ਰੇਟ ਨੇ ਤੇ ਹੋਰ ਵੀ ਉਸ ਸੂਚੀ ਦੇ ਵਿੱਚ ਰੇਟ ਲਿਖੇ ਹੋਏ ਨੇ ਕਿ ਆਹ ਨਿਰਧਾਰਤ ਰੇਟ ਨੇ। ਤਹਿਸੀਲਾਂ ਦੇ ਵਿੱਚ ਲੱਗੇ ਸਰਕਾਰੀ ਬੋਰਡ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇਕਰ ਕੋਈ ਵਸੀਕਾ ਲਿਖਣ ਸਮੇਂ ਇਹਨਾਂ ਲਿਸਟਾਂ ਦੇ ਵਿੱਚ ਦਰਜ ਫੀਸਾਂ ਤੋਂ ਵੱਧ ਰਕਮ ਵਸੂਲਦਾ ਤਾਂ ਉਸ ਤੋਂ ਸੰਬੰਧਿਤ ਫੀਸ ਦੀ ਰਸੀਦ ਮੰਗ ਲਓ ਕਿ ਭਾਈ ਠੀਕ ਹੈ, ਤੂੰ 200 ਦੀ ਬਜਾਏ 250 ਲੈਣਾ, 200 ਦੀ ਬਜਾਏ 500 ਲੈਣਾ, ਮੈਨੂੰ 500 ਦੀ ਰਸੀਦ ਦੇ ਦੇ ਕਿ ਮੈਂ ਭਾਈ ਆਹ ਕੰਮ ਕੀਤਾ, ਦਰਅਸਲ ਇਹਦੀ ਮੈਨੂੰ ਰਸੀਦ ਦਿਓ ਤਾਂ ਕਿ ਮੈਂ ਵੇਖ ਸਕਾਂ। ਤੇ ਫਿਰ ਸੂਚਨਾ ਵਿਭਾਗ ਦੇ ਉੱਚ ਅਧਿਕਾਰੀ ਨੂੰ ਕਹਿੰਦੇ ਉਹ ਰਸੀਦ ਭੇਜ ਦਿਓ। ਜ਼ਰੂਰੀ ਸੂਚਨਾ ਵਾਲੇ ਇਹ ਵੀ ਬੋਰਡ ਲਗਾਏ ਗਏ ਆ ਕਿ ਜੇਕਰ ਕੋਈ ਏਜੰਟ ਜਾਂ ਕੋਈ ਹੋਰ ਵਿਅਕਤੀ ਤੁਹਾਡੇ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਜੁਆਇੰਟ ਸਬ ਰਜਿਸਟਰਾਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਹੁਣ ਇਹ ਤਾਂ ਸਰਕਾਰ ਨੇ ਉਪਰਾਲਾ ਕੀਤਾ ਹੈ, ਪਰ ਸਾਡੇ ਸੁਭਾਅ ਦੇ ਵਿੱਚੋਂ, ਸਾਡੇ ਖੂਨ ਦੇ ਵਿੱਚੋਂ ਬਦੀਆਂ ਨਿਕਲਣ ਵਾਸਤੇ ਥੋੜਾ ਸਮਾਂ ਤਾਂ ਲੱਗੂਗਾ। ਪਰ ਇਹ ਤਾਂ ਇੱਕ ਪੱਖ ਹੈ ਕਿ ਸਰਕਾਰ ਦਾ ਇਹ ਉਪਰਾਲਾ ਹੈ। ਬੀਤੇ ਦਿਨੀ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਸੀ ਕਿ ਇਸ ਨੰਬਰ ਦੇ ਉੱਤੇ ਸ਼ਿਕਾਇਤ ਭੇਜ ਦਿੱਤੀ ਜਾਵੇ ਜੇਕਰ ਤੁਹਾਡੇ ਕੋਲੋਂ ਕੋਈ ਰਿਸ਼ਵਤ ਦੀ ਮੰਗ ਕਰਦਾ। ਉਹਦੇ ਵਿੱਚ ਧੜਾ-ਧੜ ਸ਼ਿਕਾਇਤਾਂ ਜਾ ਰਹੀਆਂ ਨੇ। ਪਰ ਹੁਣ ਦੂਸਰੇ ਪਾਸੇ ਵਸੀਕਾ ਨਵੀਸਾਂ ਦਾ ਆਪਣਾ ਪੱਖ ਹੈ। ਮਾਛੀਵਾੜਾ ਸਬ ਤਹਿਸੀਲ ਦੇ ਵਿੱਚ ਜਦ ਗੱਲਬਾਤ ਇਸ ਦੇ ਮੁਤਲਕ ਕੀਤੀ ਗਈ ਤਾਂ ਉੱਥੇ ਜਿਹੜੇ ਪ੍ਰਾਈਵੇਟ ਕੰਮ ਕਰਨ ਵਾਲੇ ਕਾਮੇ ਨੇ ਉਹਨਾਂ ਦੀ ਇੱਕ ਯੂਨੀਅਨ ਵੀ ਬਣੀ ਹੋਈ ਹੈ। ਯੂਨੀਅਨ ਦੇ ਪ੍ਰਧਾਨ ਲਕਸ਼ਮੀ ਨਾਰਾਇਣ ਨੇ ਉਹਨਾਂ ਤੋਂ ਪੁੱਛਿਆ ਗਿਆ ਕਿ ਤਹਿਸੀਲਾਂ ਦੇ ਵਿੱਚ ਆ ਸਰਕਾਰੀ ਰੇਟਾਂ ਦੇ ਬੋਰਡ ਲਗਾਏ ਨੇ, ਤੁਹਾਡੀ ਇਹਦੇ ਤੇ ਕੀ ਪ੍ਰਤੀਕਿਰਿਆ, ਤੁਹਾਡਾ ਇਹਦੇ ਤੇ ਕੀ ਪੱਖ ਹੈ। ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਸਰਕਾਰ ਨੇ ਜੋ ਬੈਨਾਮਾ ਫੀਸ 550 ਰੁਪਏ ਨਿਰਧਾਰਤ ਕੀਤੀ ਹੈ ਉਹ ਤਾਂ 2018 ਦੇ ਵਿੱਚ ਐਲਾਨੀ ਗਈ ਸੀ। ਹੁਣ 4 ਸਾਲ ਬਾਅਦ ਵੀ ਫੀਸ ਉਹੀ ਚੱਲੀ ਜਾਂਦੀ ਹੈ। ਉਹ ਕਹਿੰਦੇ ਸਰਕਾਰ ਨੇ ਆਪਣੀਆਂ ਫੀਸਾਂ 'ਚ ਤਾਂ ਕਾਫੀ ਵਾਧਾ ਕਰ ਲਿਆ, ਇਹਦੇ ਨਾਲ ਹੀ ਉਹਨਾਂ ਦੀ ਰਜਿਸਟਰੀ ਲਿਖਣ ਦੀ ਫੀਸ ਵੀ ਵਧਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ 500 ਰੁਪਏ ਰਜਿਸਟਰੀ ਕਰਵਾਉਣ ਦਾ ਸਮਾਂ ਲੈਣ ਲਈ ਲਿਆ ਜਾਂਦਾ ਹੈ, ਜੋ ਕਿ ਆਨਲਾਈਨ ਵਿਧੀ ਰਾਹੀਂ ਸਰਕਾਰ ਦੇ ਖਾਤੇ 'ਚ ਜਮ੍ਹਾਂ ਹੁੰਦੀ ਹੈ। ਸਰਕਾਰ ਘੱਟੋ ਘੱਟ ਇੱਕ ਰਜਿਸਟਰੀ ਦਾ ਖਰਚਾ ਵਸੀਕਾ ਨਵੀਸ ਲਈ ਕਹਿੰਦੇ ਘੱਟੋ ਘੱਟ 2000 ਰੁਪਏ ਨਿਰਧਾਰਤ ਕਰੇ। ਆਨਲਾਈਨ ਫੀਸ ਅਦਾ ਕਰਨ ਲਈ ਉਹਨਾਂ ਵੱਲੋਂ ਮੁਲਾਜ਼ਮ ਅਲੱਗ ਤੌਰ ਤੇ ਰੱਖੇ ਹੋਏ ਹੈ, ਉਹਨਾਂ ਨੂੰ ਵੀ ਉਹ ਕਹਿੰਦੇ ਅਸੀਂ ਤਨਖਾਹ ਦਿੰਦੇ ਹਾਂ। ਉਹ ਕਹਿੰਦੇ ਕਿ 700 ਰੁਪਏ ਇੰਟਰਨੈਟ ਦਾ ਹਰੇਕ ਮਹੀਨੇ ਬਿੱਲ ਹੈ, 4 ਤੋਂ 5000 ਰੁਪਏ ਉਹਨਾਂ ਦੀ ਦੁਕਾਨ ਤੇ ਬਿਜਲੀ ਦਾ ਬਿੱਲ ਆ ਜਾਂਦਾ ਹੈ, ਦੁਕਾਨ ਦਾ ਕਿਰਾਇਆ ਵੱਖਰਾ ਹੈ। ਹੁਣ ਕਹਿੰਦੇ ਇਹ ਸੋਚਣਾ ਚਾਹੀਦਾ ਹੈ ਕਿ ਜੇ 500 ਰੁਪਏ ਉਹ ਰਜਿਸਟਰੀ ਕਿਵੇਂ ਕਰ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਾਏ ਬੋਰਡ ਦੀ ਫੀਸ ਅਨੁਸਾਰ ਸਿਰਫ 500 ਰੁਪਏ ਦੇ ਵਿੱਚ ਰਜਿਸਟਰੀ ਲਿਖ ਕੇ ਦੇ ਦੇਣਗੇ, ਪਰ ਬਾਕੀ ਜਿਹੜੇ ਉੱਪਰਲੇ ਕੰਮ ਹੋਣਗੇ ਉਹ ਸੰਬੰਧਿਤ ਵਿਅਕਤੀ ਨੂੰ ਆਪ ਕਰਵਾਉਣੇ ਪੈਣਗੇ। ਹੁਣ ਦੇਖੋ, ਇਹਨੂੰ ਬਹੁਤ ਸਰਲ ਵੀ ਕੀਤਾ ਜਾ ਸਕਦਾ। ਮੈਂ ਬੀਤੇ ਦਿਨੀ ਤੁਹਾਡੇ ਨਾਲ ਦੱਸਿਆ ਸੀ ਕਿ ਸਰਕਾਰ ਜਿੱਥੋਂ ਕੋਈ ਚੰਗੀ ਚੀਜ਼ ਮਿਲੇ ਜਾਂ ਆਮ ਬੰਦੇ ਨੂੰ ਵੀ ਜਿੱਥੋਂ ਕੁਝ ਚੰਗਾ ਮਿਲੇ ਉਹ ਲੈ ਲੈਣਾ ਚਾਹੀਦਾ, ਤੇ ਜਿਹੜੀ ਮਾੜੀ ਚੀਜ਼ ਭਾਵੇਂ ਸਾਡੇ 'ਚ ਹੋਵੇ ਭਾਵੇਂ ਸਾਡੇ ਸਿਸਟਮ 'ਚ ਹੋਵੇ ਉਹ ਛੱਡ ਦੇਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ, ਮੰਨ ਲਓ ਕਿ ਇੱਥੇ ਤੁਸੀਂ ਮਕਾਨ, ਕੋਈ ਪਲਾਟ ਜਾਂ ਕੋਈ ਵੀ ਚੀਜ਼ ਦੀ ਰਜਿਸਟਰੀ ਕਰਵਾਉਂਦੇ ਹੋ,
ना ਤੁਹਾਨੂੰ ਕਿਸੇ ਤਹਿਸੀਲ 'ਚ ਜਾਣਾ ਪੈਂਦਾ, ਨਾ ਕਿਸੇ ਕੋਰਟ ਕਚਹਿਰੀ 'ਚ ਜਾਣਾ ਪੈਂਦਾ। ਤੁਹਾਡਾ ਜਿਹੜਾ ਰੀਅਲ estate ਹੈ, ਤੁਸੀਂ ਉਹਦੇ ਨਾਲ ਇੱਕ ਕੰਟਰੈਕਟ ਸਾਈਨ ਕਰਨਾ ਹੈ, ਉਹ ਵੀ ਸਿਰਫ ਪ੍ਰੋਪਰਟੀ ਦੇਖ ਕੇ ਕਿ ਪ੍ਰੋਪਰਟੀ ਕਿਹੜੀ ਹੈ। ਬਾਕੀ ਕੰਮ ਰੀਅਲ estate ਦਾ ਉਹ ਕੰਟਰੈਕਟ ਭਰਨਾ, ਤੇ ਉਹ ਕੰਟਰੈਕਟ ਤੁਸੀਂ ਆਪਣੇ ਵਕੀਲ ਨੂੰ ਭੇਜ ਦੇਣਾ। ਵਕੀਲ ਨੂੰ ਇਹ ਬੈਂਕ ਨੇ ਭੇਜ ਦੇਣਾ ਸਾਰਾ ਸਮਾਨ ਜਿਹੜਾ ਮੌਰਗੇਜ ਵਗੈਰਾ ਦਾ। ਤੁਸੀਂ ਵਕੀਲ ਦੇ ਜਾ ਕੇ ਵਕੀਲ ਨੇ ਤੁਹਾਨੂੰ ਸਾਰਾ ਕੁਝ ਦੱਸ ਦੇਣਾ ਕਿ ਪ੍ਰੋਪਰਟੀ ਕਿੰਨੇ ਦੀ ਖਰੀਦੀ ਹੈ, ਕਿੰਨੀ ਮੌਰਗੇਜ ਆ, ਕਿੰਨਾ ਤੁਸੀਂ ਡਾਊਨ ਪੇਮੈਂਟ ਦਿੱਤੀ ਹੈ, ਕਿੰਨੇ ਸਾਲ ਦੀਆਂ ਕਿਸ਼ਤਾਂ ਨੇ, ਕਿਹਦਾ ਇਹ ਘਰ ਮਕਾਨ ਸੀ ਤੇ ਹੁਣ ਕਿਹਦੇ ਨਾਂ ਚੜ ਰਿਹਾ ਤੇ ਕਿੰਨਾ ਕਿੰਨਾ ਉਹਦੇ 'ਚ ਹਿੱਸਾ ਵਗੈਰਾ ਵਗੈਰਾ। 5 ਤੋਂ 15 ਮਿੰਟ ਲਾਉਂਦੇ ਆ, ਤੁਹਾਡੇ ਦਸਤਖਤ ਕਰਵਾ ਕੇ ਤੁਹਾਨੂੰ ਪੇਪਰ ਦੇ ਦਿੰਦੇ ਆ। ਇਹਦੇ ਤੋਂ ਇਲਾਵਾ ਕਿਸੇ ਕੋਰਟ 'ਚ ਨਹੀਂ, ਕਿਸੇ ਕਚਹਿਰੀ 'ਚ ਨਹੀਂ, ਕਿਸੇ ਵਸੀਕੇ ਕੋਲ ਨਹੀਂ, ਕਿਸੇ ਕੋਲ ਨਹੀਂ ਜਾਣਾ ਤੁਸੀਂ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ, ਰਿਸ਼ਵਤਖੋਰੀ ਨੂੰ ਬੰਦ ਕਰਨ ਵਾਸਤੇ ਇਹ ਸਰਕਾਰ ਨੂੰ ਅਪਣਾਉਣੀਆਂ ਪੈਣਗੀਆਂ। ਪਰ ਖੈਰ ਸਰਕਾਰ ਉਪਰਾਲੇ ਕਰ ਰਹੀ ਹੈ, ਜਿਹੜੇ ਲੂਪ ਹੋਲ ਨੇ ਜਾਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਵੀ ਸਰਕਾਰ ਦੇ ਧਿਆਨ ਵਿੱਚ ਲਿਆਉਣੀਆਂ ਚਾਹੀਦੀਆਂ ਨੇ, ਤਾਂ ਕਿ ਸਰਕਾਰ ਉਹਨਾਂ ਨੂੰ ਦਰੁਸਤ ਕਰ ਸਕੇ। ਪਰ ਘਪਲੇ ਕਿੱਥੇ ਕਿੱਥੇ ਹੁੰਦੇ ਨੇ। ਅੱਜ ਦੇ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਜ਼ਿਕਰ ਕੀਤਾ ਸੀ ਕਿ ਗਿਰਦਾਵਰੀਆਂ ਜਿਨ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਸੀ ਉਹਨਾਂ ਦੀਆਂ ਹੋਈਆਂ ਨਹੀਂ। ਜਿਨ੍ਹਾਂ ਦੀ ਗੁਲਾਬੀ ਸੁੰਡੀ ਕਾਰਨ ਨਰਮਾ ਫਸਲ ਖਰਾਬ ਹੀ ਨਹੀਂ ਹੋਈ, ਕਪਾਹ ਖਰਾਬ ਹੀ ਨਹੀਂ ਹੋਈ, ਉਹਨਾਂ ਨੂੰ ਮੁਆਵਜ਼ੇ ਦੇ ਚੈੱਕ ਮਿਲ ਗਏ। ਆ ਇੱਕ ਹੋਰ ਘਪਲੇ ਦੀ ਖਬਰ ਮਿਲ ਗਈ। ਹੁਣ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ। ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਪਿੰਡਾਂ ਨੂੰ ਗ੍ਰਾਂਟ ਦੇਣ ਦੇ ਵਿੱਚ ਵੱਡੇ ਪੱਧਰ ਤੇ ਹੇਰਾਫੇਰੀਆਂ ਦੀ ਖਬਰ ਪਤਾ ਲੱਗ ਗਈ ਹੈ, ਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜਾ ਪੈਸਾ ਭੇਜਿਆ ਗਿਆ ਉਹ ਬਹੁਤ ਵੱਡੇ ਘਪਲੇ ਦੇ ਅਧੀਨ ਭੇਜਿਆ ਗਿਆ। ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਬਾਜਵਾ ਦੇ ਨਾਲ ਦੇ ਕੁਝ, ਬਾਜਵਾ ਦੇ ਨੇੜਲੇ ਕੁਝ ਕਰਿੰਦੇ ਨੇ ਜਿਨ੍ਹਾਂ ਨਾਲ ਮਿਲ ਕੇ ਇਹ ਘਪਲਾ ਕੀਤਾ ਗਿਆ, ਇਹਨੂੰ ਅੰਜਾਮ ਦਿੱਤਾ ਗਿਆ। ਉਹ ਕਹਿੰਦੇ ਇਸ ਘਪਲੇ ਦੀ ਅਸੀਂ ਜਾਂਚ ਵਿੱਢ ਦਿੱਤੀ ਹੈ, ਜਾਂਚ ਮੁਕੰਮਲ ਕੀਤੀ ਜਾਵੇਗੀ, ਜਾਂਚ ਜਲਦ ਮੁਕੰਮਲ ਕੀਤੀ ਜਾਏਗੀ ਅਤੇ ਆਉਣ ਵਾਲੇ ਮਹੀਨੇ ਭਾਵ ਅਪ੍ਰੈਲ ਦੇ ਵਿੱਚ ਇਹ ਘਪਲੇ ਦੀ ਜਾਂਚ ਕਰਕੇ ਇਹ ਘੁਟਾਲਾ, ਇਹ ਘਪਲਾ ਬੇਪਰਦ ਕਰ ਦਿੱਤਾ ਜਾਏਗਾ ਅਤੇ ਮੀਡੀਆ ਨੂੰ ਕਹਿੰਦੇ ਦੱਸਾਂਗੇ ਅਸੀਂ ਕਿੰਨੇ ਦਾ ਘੁਟਾਲਾ ਤੇ ਕਿਵੇਂ ਕੀਤਾ ਹੈ। ਦੱਸਣਾ ਬਣਦਾ ਕਿ ਕੁਲਦੀਪ ਸਿੰਘ ਧਾਰੀਵਾਲ ਨੇ ਆਪਣਾ ਮੰਤਰਾਲਾ ਸੰਭਾਲਣ ਤੋਂ ਬਾਅਦ ਪਿਛਲੀ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ 11 ਤਰ੍ਹਾਂ ਦੀਆਂ ਗਰੰਟਾਂ ਦਿੱਤੀਆਂ ਸੀ। ਉਹ ਗਰੰਟਾਂ ਦੇ ਖਰਚਣ ਉੱਤੇ ਰੋਕ ਲਗਾ ਦਿੱਤੀ ਸੀ। ਉਹਨਾਂ ਦੇ ਵਿੱਚ ਬਹੁਤ ਗਿਣਤੀ ਗਰੰਟਾਂ ਨੇ ਜਿਹੜੀਆਂ ਤਰਲ ਵੇਸਟ ਮੈਨੇਜਮੈਂਟ ਸਕੀਮ, ਸੋਲਿਡ ਵੇਸਟ ਮੈਨੇਜਮੈਂਟ ਸਕੀਮ, ਪਿੰਡਾਂ ਦੇ ਵਿੱਚ ਯਾਦਗਾਰੀ ਗੇਟਾਂ ਦਾ ਬਣਾਉਣਾ, ਸ਼ਮਸ਼ਾਨ ਘਾਟਾਂ ਦਾ ਬਣਾਉਣਾ, ਈਸਾਈ ਅਤੇ ਮੁਸਲਿਮ ਭਾਈਚਾਰੇ ਵਾਸਤੇ ਕਬਰਸਤਾਨ ਅਤੇ ਕਬਰਗਾਹਾਂ ਦਾ ਵਿਕਾਸ, ਇਸ ਤਰ੍ਹਾਂ ਦੀਆਂ ਕੁਝ ਗਰੰਟਾਂ ਦਿੱਤੀਆਂ ਸੀ ਤੇ ਗੱਫੇ ਦਿੱਤੇ ਸੀ ਦਰਅਸਲ ਸਰਪੰਚਾਂ ਨੂੰ। ਹੁਣ ਕੁਲਦੀਪ ਸਿੰਘ ਧਾਰੀਵਾਲ ਜੀ ਉਹ ਕਹਿੰਦੇ ਮੈਂ ਸਰਪੰਚ ਰਿਹਾ, ਮੈਂ ਜਾਣਦਾ ਕਿ ਲੋਕ ਕਿਵੇਂ ਘਪਲੇ, ਕਿਵੇਂ ਘੁਟਾਲੇ ਕਰਦੇ ਆ। ਉਹ ਕਹਿੰਦੇ ਸਰਕਾਰ ਦੇ ਖਜ਼ਾਨੇ ਦੀ ਲੀਕੇਜ ਬੰਦ ਕਰਨੀ ਹੈ। ਆ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆ ਗਿਆ। ਹਾਲੇ ਤੱਕ ਬਾਜਵਾ ਸਾਹਿਬ ਦਾ ਇਸ ਖਬਰ ਦੇ ਪ੍ਰਤੀ ਕੋਈ ਬਿਆਨ, ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਵੇਖਦੇ ਹਾਂ ਕਿ ਇਹਦਾ ਕੀ ਜਵਾਬ ਦਿੰਦੇ ਆ, ਪਰ ਉਹਨੇ ਦੱਸ ਦਿੱਤਾ ਕਿ ਘਪਲਾ ਬਹੁਤ ਵੱਡਾ ਹੋਇਆ ਅਤੇ ਅਪ੍ਰੈਲ ਦੇ ਮਹੀਨੇ ਨੂੰ ਬੇਪਰਦ ਕਰ ਦਿਆਂਗੇ। ਤੇ ਹੁਣ ਕੇਂਦਰ ਸਰਕਾਰ ਜਿਵੇਂ ਕਰੰਟ ਲੱਗਦਾ ਹੁੰਦਾ ਨਾ, ਕਰੰਟ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚੋਂ ਸਾਡਾ ਸਫਾਇਆ ਹੀ ਕਰ ਦਿੱਤਾ। ਉਹ ਰੋਜ਼ ਹੁਣ ਪੰਜਾਬ ਨੂੰ ਕੋਈ ਨਵੇਂ ਤੋਂ ਨਵਾਂ, ਕਰਾਰੇ ਤੋਂ ਕਰਾਰਾ ਝਟਕਾ ਦੇ ਰਹੇ ਨੇ। ਆ ਹੁਣ ਜਿਹੜਾ ਨਵਾਂ ਤੇ ਵੱਡਾ ਕਰਾਰਾ ਝਟਕਾ ਹੈ ਉਹ ਦਿੱਤਾ ਹੈ ਬਿਜਲੀ ਦੀ ਵੰਡ ਨੂੰ ਲੈ ਕੇ। ਅਸਲ ਦੇ ਵਿੱਚ ਪੰਜਾਬ ਵਾਸਤੇ ਸੱਚਮੁੱਚੇ ਵੱਡਾ ਵੀ ਹੈ ਤੇ ਕਰਾਰਾ ਵੀ ਹੈ ਝਟਕਾ। ਕੇਂਦਰੀ ਬਿਜਲੀ ਮੰਤਰਾਲੇ ਨੇ ਕੇਂਦਰ ਦੇ ਅਨਐਲੋਕੇਟਡ ਪੂਲ ਦੇ ਵਿੱਚੋਂ ਪੰਜਾਬ ਨੂੰ ਦਿੱਤੀ ਜਾਣ ਵਾਲੀ ਜਿਹੜੀ ਬਿਜਲੀ ਸਪਲਾਈ ਸੀ ਉਹ ਪੰਜਾਬ ਨੂੰ ਨਾ ਦੇ ਕੇ ਕਹਿੰਦੇ ਤੁਹਾਨੂੰ ਨਹੀਂ ਦੇਣੀ, ਕੋਰਾ ਜਵਾਬ ਦੇ ਦਿੱਤਾ ਤੇ ਹਰਿਆਣੇ ਨੂੰ ਦੇ ਦਿੱਤੀ ਹੈ। ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਇਸ ਪੂਲ ਦੇ ਵਿੱਚੋਂ ਬਿਜਲੀ ਮੰਗੀ ਸੀ, ਪਰ ਕੇਂਦਰ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਹਰਿਆਣਾ ਨੇ 24 ਮਾਰਚ ਤੋਂ ਬਾਅਦ ਆਹ ਗੱਲ ਨੋਟ ਕਰਨ ਵਾਲੀ ਹੈ ਕਿ ਪੰਜਾਬ ਨੇ ਪਹਿਲਾਂ ਮੰਗ ਕੀਤੀ ਸੀ, ਪੰਜਾਬ ਨੂੰ ਜਵਾਬ ਟਕੇ ਵਰਗਾ, ਤੇ ਇਹਨਾਂ ਨੇ ਹਰਿਆਣੇ ਵਾਲਿਆਂ ਨੇ 24 ਮਾਰਚ ਤੋਂ ਬਾਅਦ ਇਸ ਪੂਲ ਦੇ ਵਿੱਚੋਂ ਬਿਜਲੀ ਦੀ ਮੰਗ ਕੀਤੀ ਅਤੇ ਹਰਿਆਣੇ ਨੂੰ 728.69 ਮੈਗਾਵਾਟ ਬਿਜਲੀ ਸਪਲਾਈ ਦੇਣ ਦਾ ਹੱਥੋਂ-ਹੱਥੀ ਹੁਕਮ ਵੀ ਜਾਰੀ ਕਰ ਦਿੱਤਾ। ਜਿਨ੍ਹਾਂ ਨੇ ਪਹਿਲਾਂ ਮੰਗ ਕੀਤੀ ਉਹਨਾਂ ਨੂੰ ਜਵਾਬ, ਜਿਨ੍ਹਾਂ ਨੇ 24 ਮਾਰਚ ਤੋਂ ਬਾਅਦ ਕੀਤੀ ਉਹਨਾਂ ਨੂੰ ਹੱਥੋਂ-ਹੱਥੀ ਹੁਕਮ ਜਾਰੀ। ਕੇਂਦਰ ਦੀ ਇਹ ਨੀਤੀ ਪੰਜਾਬ ਲਈ ਕਾਣੀ ਵੰਡ ਹੈ, ਪੰਜਾਬ ਨੂੰ ਢਾਹ ਲਾਉਣ ਵਾਲੀ ਹੈ, ਪੰਜਾਬ ਤੋਂ ਬਦਲਾ ਲੈਣ ਵਾਲੀ ਗੱਲ ਹੈ।
ਤੁਹਾਨੂੰ ਇਹ ਵੀ ਪਤਾ ਹੋਣਾ ਕਿ ਗਰਮੀਆਂ ਆ ਰਹੀਆਂ ਨੇ, ਝੋਨੇ ਦਾ ਸੀਜ਼ਨ ਵੀ ਆ ਰਿਹਾ ਹੈ, ਬਿਜਲੀ ਦੀ ਮੰਗ ਇਹਨਾਂ ਦਿਨਾਂ ਵਿੱਚ ਲਗਾਤਾਰ ਵਧਦੀ ਜਾਣੀ ਹੈ। ਹੁਣ ਗਰਮੀਆਂ ਦੇ ਵਿੱਚ ਬਹੁਤ ਸਾਰੇ ਸੂਬੇ ਨੇ ਜਿਹੜੇ ਆਪਣੇ ਹਿੱਸੇ ਦੀ ਬਿਜਲੀ ਛੱਡ ਦਿੰਦੇ ਆ। ਉਹ ਜਿਹੜੀ ਬਿਜਲੀ ਹੈ ਅਨਐਲੋਕੇਟਡ ਪੂਲ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤ ਸਾਰੇ ਸੂਬੇ ਨੇ ਜਿਹੜੇ ਫਿਰ ਇਸ ਪੂਲ ਦੇ ਵਿੱਚੋਂ ਬਿਜਲੀ ਦੀ ਮੰਗ ਕਰਦੇ ਆ ਅਤੇ ਬਿਜਲੀ ਮੰਤਰਾਲਾ ਹਰ ਵਾਰੀ ਫਿਰ ਇਹਦੀ ਵੰਡ ਵੀ ਕਰਦਾ ਹੈ। ਤੇ ਐਤਕੀ ਕੋਲਾ ਸੰਕਟ ਵੀ ਪੰਜਾਬ ਦੇ ਸਾਹਮਣੇ ਦੈਂਤ ਬਣ ਕੇ ਮੂੰਹ ਅੱਡ ਕੇ ਖੜ ਗਿਆ, ਜਿਸ ਕਰਕੇ ਪੰਜਾਬ ਨੇ ਨਾਰਦਰਨ ਰੀਜਨਲ ਪਾਵਰ ਕਮੇਟੀ ਦੇ ਕੋਲੋਂ ਕਾਫੀ ਪਹਿਲਾਂ ਸਮਾਂ, ਹਰਿਆਣੇ ਨੇ ਮੈਂ ਫਿਰ ਦੱਸ ਰਿਹਾ ਕਿ 24 ਮਾਰਚ ਤੋਂ ਬਾਅਦ, ਪਰ ਪੰਜਾਬ ਨੇ ਕਾਫੀ ਪਹਿਲਾਂ ਸਮਾਂ 750 ਮੈਗਾਵਾਟ ਬਿਜਲੀ ਲੈਣ ਦੇ ਵਾਸਤੇ ਦਰਖਾਸਤ ਭੇਜੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਐਤਕੀ ਅਨਐਲੋਕੇਟਡ ਪੂਲ ਦੇ ਵਿੱਚ ਇਹ ਨਹੀਂ ਕਿ ਬਿਜਲੀ ਹੈ ਨਹੀਂ, 1522.73 ਮੈਗਾਵਾਟ ਬਿਜਲੀ ਉਪਲਬਧ ਵੀ ਹੈ ਤੇ ਇੱਕ ਪਾਵਰ ਕਮੇਟੀ ਬਣੀ ਹੋਈ ਹੈ ਜਿਹੜੀ ਇਹਦੀ ਵੰਡ ਕਰਦੀ ਹੈ, ਸਿਫਾਰਿਸ਼ਾਂ ਭੇਜਦੀ ਹੈ। ਤੇ ਪਾਵਰ ਕਮੇਟੀ ਨੇ 24 ਮਾਰਚ ਨੂੰ ਪੱਤਰ ਜਾਰੀ ਕਰਕੇ ਇਸ ਅਨਐਲੋਕੇਟਡ ਪੂਲ ਦੇ ਵਿੱਚੋਂ ਪੰਜਾਬ ਦੀ 600 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੇਣ ਦੀ ਸਿਫਾਰਿਸ਼ ਕੀਤੀ ਸੀ ਕਿ ਹਾਂ ਇਹਨੂੰ ਦਿੱਤੀ ਜਾਵੇ। ਪੰਜਾਬ ਨੇ ਮੰਗ ਕੀਤੀ ਹੈ। ਪਾਵਰ ਕਮੇਟੀ ਨੇ ਇਸ ਪੂਲ ਦੇ ਵਿੱਚ ਉਪਲਬਧ ਬਿਜਲੀ ਦੇ ਵਿੱਚੋਂ ਪੰਜਾਬ ਨੂੰ 40% ਕਰੀਬ 600 ਮੈਗਾਵਾਟ, ਉੱਤਰਾਖੰਡ ਨੂੰ ਵੀ ਅਤੇ ਜੰਮੂ ਕਸ਼ਮੀਰ ਤੇ ਲਦਾਖ ਨੂੰ ਵੀ ਅਤੇ ਨਾਲ ਹੋਰ ਕਈ ਸੂਬਿਆਂ ਨੂੰ ਇਹ ਆਖਿਆ ਸੀ ਕਿ ਉਹਨਾਂ ਨੂੰ ਵੀ ਕਿਸੇ ਨੂੰ 14%, ਕਿਸੇ ਨੂੰ 6%, ਕਿਸੇ ਨੂੰ 2% ਕਿ ਬਿਜਲੀ ਉਸ ਅਨਐਲੋਕੇਟਡ ਪੂਲ ਦੇ ਵਿੱਚੋਂ ਦਿੱਤੀ ਜਾਵੇ। ਮੰਤਰਾਲੇ ਨੂੰ ਆਪਣੀਆਂ ਸਿਫਾਰਿਸ਼ਾਂ ਭੇਜ ਦਿੱਤੀਆਂ ਸੀ ਪਾਵਰ ਕਮੇਟੀ ਨੇ। ਪਾਵਰ ਕਮੇਟੀ ਨੇ ਉਸ ਪੱਤਰ ਦੇ ਵਿੱਚ ਸਾਫ਼-ਸਾਫ਼ ਲਿਖ ਦਿੱਤਾ ਸੀ ਕਿ ਹਰਿਆਣਾ ਨੇ ਇਸ ਪੂਲ ਦੇ ਵਿੱਚੋਂ ਬਿਜਲੀ ਲੈਣ ਵਾਸਤੇ ਹਾਲੇ ਤੱਕ ਕੋਈ ਮੰਗ ਨਹੀਂ ਕੀਤੀ, ਜਿਸ ਤੋਂ ਲੱਗਦਾ ਕਿ ਹਰਿਆਣਾ ਨੇ ਇਸ ਪੂਲ ਦੇ ਵਿੱਚੋਂ ਬਿਜਲੀ ਲੈਣ ਦੀ ਲੋੜ ਮਹਿਸੂਸ ਨਹੀਂ ਕੀਤੀ। ਪਰ ਪੰਜਾਬ ਸਰਕਾਰ ਉਦੋਂ ਹੱਕੀ ਬੱਕੀ ਰਹਿ ਗਈ ਜਦੋਂ ਕੇਂਦਰੀ ਬਿਜਲੀ ਮੰਤਰਾਲੇ ਨੇ ਨਾਰਦਰਨ ਰੀਜਨਲ ਪਾਵਰ ਕਮੇਟੀ ਦੀ ਸਿਫਾਰਿਸ਼ ਦੇ ਬਿਲਕੁਲ ਉਲਟ 28 ਮਾਰਚ ਵਾਲੇ ਦਿਨ ਕੇਂਦਰੀ ਬਿਜਲੀ ਅਥਾਰਟੀ ਨੂੰ ਇੱਕ ਪੱਤਰ ਭੇਜ ਕੇ ਹਰਿਆਣਾ ਨੂੰ 1 ਅਪ੍ਰੈਲ ਤੋਂ 31 ਅਕਤੂਬਰ ਤੱਕ 728.68 ਮੈਗਾਵਾਟ ਬਿਜਲੀ ਸਪਲਾਈ ਦੇਣ ਵਾਸਤੇ ਹੁਕਮ ਵੀ ਜਾਰੀ ਕਰ ਦਿੱਤੇ ਹੈ। ਤੇ ਪਾਵਰ ਕਮੇਟੀ ਨੇ ਦੱਸਣਾ ਬਣਦਾ ਹੈ ਕਿ ਪੰਜਾਬ ਨੂੰ 40% ਬਿਜਲੀ ਦੇਣ ਦੀ ਸਿਫਾਰਿਸ਼ ਕੀਤੀ ਸੀ। ਪਾਵਰ ਕਮੇਟੀ ਦੀ ਉਸ ਸਿਫਾਰਿਸ਼ ਨੂੰ ਰੱਦ ਕਰ ਦਿੱਤਾ ਗਿਆ। ਇਹ ਵੀ ਦੱਸਣਾ ਬਣਦਾ ਕਿ ਪੰਜਾਬ ਨੇ ਬਹੁਤ ਲੰਬਾ ਸਮਾਂ ਪਹਿਲਾਂ ਹੀ ਇਹਦੇ ਵਾਸਤੇ ਮੰਗ ਕੀਤੀ ਸੀ ਕਿ ਪੰਜਾਬ ਨੂੰ 1 ਅਪ੍ਰੈਲ ਤੋਂ ਅਕਤੂਬਰ 2022 ਤੱਕ ਕਰੀਬ 750 ਮੈਗਾਵਾਟ ਬਿਜਲੀ ਇਸ ਪੂਲ ਦੇ ਵਿੱਚੋਂ ਦਿੱਤੀ ਜਾਵੇ। ਤੇ ਇਸ ਮੰਗ ਦੇ ਉੱਤੇ ਹੀ ਪਾਵਰ ਕਮੇਟੀ ਨੇ ਸਿਫਾਰਿਸ਼ਾਂ ਕਰ ਦਿੱਤੀਆਂ ਸੀ ਅਤੇ ਪਾਵਰ ਕਮੇਟੀ ਨੇ ਸਿਫਾਰਿਸ਼ ਇਹ ਵੀ ਕਰ ਦਿੱਤੀ ਸੀ ਕਿ ਪੰਜਾਬ ਨੇ ਤਾਂ 1 ਅਪ੍ਰੈਲ ਤੋਂ ਮੰਗ ਕੀਤੀ ਹੈ, ਉਹਨੂੰ 25 ਮਾਰਚ ਤੋਂ ਇਸ ਪੂਲ ਦੇ ਵਿੱਚੋਂ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਖੇਤਾਂ ਨੂੰ ਪਾਣੀ ਵੀ ਲਾ ਸਕਣ, ਕਿਉਂਕਿ ਪੰਜਾਬ ਦੇ ਵਿੱਚ ਕੋਲਾ ਸੰਕਟ ਵੀ ਵੱਡਾ ਸੰਕਟ ਹੈ। ਕਿਉਂਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਲਾ ਦੇਣ ਤੋਂ ਵੀ ਹੱਥ ਪਿੱਛੇ ਖਿੱਚ ਲੈਣ ਤੇ ਹੱਥ ਖੜੇ ਕਰ ਦਿੱਤੇ ਸੀ। ਤੇ ਦੂਸਰੇ ਪਾਸੇ ਆਉਂਦੇ ਦਿਨਾਂ ਦੇ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧਣੀ ਹੈ। ਇਸ ਕਰਕੇ ਜੇਕਰ ਕੇਂਦਰ ਦੇ ਇਸ ਪੂਲ ਦੇ ਵਿੱਚੋਂ 600 ਮੈਗਾਵਾਟ ਬਿਜਲੀ ਸਪਲਾਈ ਰੋਜ਼ਾਨਾ ਪੰਜਾਬ ਨੂੰ ਮਿਲਣ ਲੱਗ ਜਾਂਦੀ ਤਾਂ ਪੰਜਾਬ ਵਾਸਤੇ ਰਾਹਤ ਵਾਲੀ ਗੱਲ ਸੀ। ਪਰ ਹੋਇਆ ਇਹਦੇ ਉਲਟ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦਰਅਸਲ ਭਗਵੰਤ ਮਾਨ ਸਰਕਾਰ ਨੂੰ ਪੈਰ ਪੈਰ ਤੇ ਡੱਕਣ ਦੀਆਂ ਕੋਸ਼ਿਸ਼ਾਂ ਨੇ ਔਰ ਪੰਜਾਬ ਦੇ ਕਿਸਾਨਾਂ ਨੇ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ ਮੋਰਚਾ ਲਾਇਆ ਸੀ, ਉਹਨਾਂ ਨੂੰ ਸਬਕ ਸਿਖਾਉਣ ਦੀਆਂ ਇਹ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ। ਸੱਚਮੁੱਚ ਇਹ ਚੰਗਾ ਨਹੀਂ। ਇਹ ਫੈਡਰਲਿਜ਼ਮ, ਇਹ ਕਿਸੇ ਸੂਬੇ ਦੇ ਹੱਕ ਦੇ ਉੱਤੇ ਲਗਾਤਾਰ ਇੱਕ ਹੋਰ ਡਾਕੇ ਦੀ ਤਸਵੀਰ ਹੈ। ਤੇ ਅਗਲੀ ਖਬਰ ਹੈ ਜਿਹੜੀ ਪੰਜਾਬ ਦੇ ਵਿੱਚ ਬੀਤੇ ਦਿਨੀ ਤੁਹਾਨੂੰ ਪਤਾ ਹੋਣਾ ਹੈ ਕਿ ਸੰਦੀਪ ਨੰਗਲ ਅੰਬੀਆਂ ਇੱਕ ਕੌਮਾਂਤਰੀ ਖਿਡਾਰੀ ਸੀ, ਮਸ਼ਹੂਰ ਖਿਡਾਰੀ ਸੀ, ਉਹਦਾ ਕਤਲ ਤੇ ਕੁਝ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਆ ਕੇ ਡਿੱਗੀ। ਬੀਤੇ ਦਿਨੀ ਇੱਕ ਹੋਰ ਖਬਰ ਸਾਂਝੀ ਕੀਤੀ ਸੀ। ਮਸ਼ਹੂਰ ਗਾਇਕ ਕਲਾਕਾਰ ਨੇ ਮਨਕਿਰਤ ਔਲਖ, ਉਹਨਾਂ ਨੂੰ ਵੀ ਧਮਕੀਆਂ ਮਿਲੀਆਂ ਸੀ। ਪਰ ਹੁਣ ਖਬਰ ਮਿਲ ਰਹੀ ਹੈ ਕਿ ਦਿੱਲੀ ਦੀ ਸਪੈਸ਼ਲ STF ਫੋਰਸ ਨੇ ਮਹਾਰਾਸ਼ਟਰ ਤੋਂ ਦਵਿੰਦਰ ਬੰਬੀਹਾ ਗਰੁੱਪ ਦੇ 12 ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਇਹਨਾਂ ਵਿੱਚੋਂ 3 ਮੁਲਜ਼ਮ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਵੀ ਸੰਬੰਧਿਤ ਦੱਸੇ ਜਾ ਰਹੇ ਨੇ। ਤੁਹਾਨੂੰ ਇਹ ਮੈਂ ਯਾਦ ਕਰਵਾ ਦਿਆਂ ਕਿ ਬੀਤੇ ਵਰੇ ਮੋਹਾਲੀ ਦੇ ਸੈਕਟਰ 71 ਦੇ ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।
ਤੇ ਕਾਤਲ ਮੌਕੇ ਤੋਂ ਫਰਾਰ ਹੋ ਗਏ ਸੀ। ਉਦੋਂ ਤੋਂ ਪੁਲਿਸ ਉਹਨਾਂ ਵਿਅਕਤੀਆਂ ਦੀ ਭਾਲ ਕਰ ਰਹੀ ਸੀ, ਕਾਤਲਾਂ ਦੀ ਭਾਲ ਕਰ ਰਹੀ ਸੀ। ਹਾਲਾਂਕਿ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ ਕੁਝ ਗੈਂਗਸਟਰਾਂ ਦਾ ਹੱਥ ਸੀ ਅਤੇ ਬੰਬੀਹਾ ਗਰੁੱਪ ਨੇ ਵਿੱਕੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਧਰ ਐਸਐਸਪੀ ਮੋਹਾਲੀ ਨੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਸਪੈਸ਼ਲ ਯੂਨਿਟ ਨੇ ਜਿਹੜੇ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਉਹਨਾਂ ਵਿੱਚ 3 ਵਿੱਕੀ ਮਿੱਡੂ ਖੇੜਾ ਕਤਲ ਦੇ ਮਾਮਲੇ ਨਾਲ ਸੰਬੰਧਿਤ ਨੇ। ਐਸਐਸਪੀ ਸਾਹਿਬ ਦੇ ਮੁਤਾਬਕ ਪੰਜਾਬ ਪੁਲਿਸ ਜਲਦ ਇਹਨਾਂ ਗੈਂਗਸਟਰਾਂ ਨੂੰ ਪੰਜਾਬ ਲੈ ਕੇ ਆਏਗੀ, ਰਿਮਾਂਡ ਲੈ ਕੇ ਉਹਨਾਂ ਤੋਂ ਪੁੱਛਗਿੱਛ ਕਰੇਗੀ, ਜਿਸ ਨਾਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੈ ਅਤੇ ਬਕਾਇਦਾ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਹੈ। ਤੇ ਇਹ ਜਿਹੜੀ ਪੋਸਟ ਹੈ ਦਵਿੰਦਰ ਬੰਬੀਹਾ ਗਰੁੱਪ ਦਾ ਜਿਹੜਾ ਫੇਸਬੁੱਕ ਆਈਡੀ ਹੈ ਉਹਦੇ ਉੱਤੇ ਪਾਈ ਗਈ ਹੈ। ਉਹਦੇ 'ਚ ਲਿਖਿਆ ਗਿਆ ਹੈ ਕਿ ਪੁਲਿਸ ਨੇ ਗਰੁੱਪ ਦੇ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਇਹਨਾਂ ਦਾ ਝੂਠਾ ਮੁਕਾਬਲਾ ਵੀ ਬਣਾ ਸਕਦੀ ਹੈ। ਉਹਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਰ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਸੱਚਮੁੱਚ ਗੈਂਗਸਟਰ ਨੇ ਜਿਹੜੇ ਇਹਨਾਂ ਰਾਹਾਂ ਤੇ ਤੁਰੇ ਕਿਉਂ? ਇਹਨਾਂ ਨੂੰ ਜੇਕਰ ਮੁੱਖ ਧਾਰਾ ਵਿੱਚ ਲਿਆਉਣਾ ਹੋਵੇ ਕੀ ਆਉਣਾ ਚਾਹੁੰਦੇ ਹੈ, ਜਾਂ ਸਿਰਫ ਪੰਜਾਬ ਦਾ ਜਾਂ ਭਾਰਤ ਦਾ ਇਹ ਮਾਹੌਲ ਹੀ ਖਰਾਬ ਕਰਨਾ ਚਾਹੁੰਦੇ ਹੈ? ਪਰ ਸੱਚਮੁੱਚ ਇਹਨਾਂ ਗਤੀਵਿਧੀਆਂ ਵਾਸਤੇ ਆਮ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ। ਪਰ ਹੁਣ ਵੇਖੋ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਕੀ ਉਗਲਦੇ ਨੇ, ਕਿਹੜੇ ਇਹਨਾਂ ਕੋਲ ਰਾਜ ਨੇ, ਜਿਹੜੇ ਰਾਜ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਉਗਲਵਾਉਣ ਦੀ ਕੋਸ਼ਿਸ਼ ਕਰੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।